ਡਾਕਟਰ ਜੋਸੇਫ ਮਰਫੀ ਦਾ ਅਗਲਾ ਲੇਖ ਹੈ ਅਵਚੇਤਨ ਮਨ ਤੇ ਵਿਆਹਕ ਸਮੱਸਿਆਵਾਂ। ਸਾਰੀਆਂ ਵਿਆਹਕ ਸਮੱਸਿਆਵਾਂ ਮਨ ਦੀ ਕਾਰਜਵਿਧੀ ਤੇ ਸ਼ਕਤੀਆਂ ਨੂੰ ਸਹੀ ਤਰ੍ਹਾਂ ਨਾਲ ਨਾ ਸਮਝ ਪਾਉਣ ਦੇ ਕਾਰਨ ਪੈਦਾ ਹੁੰਦੀਆਂ। ਜੇ ਪਤੀ ਤੇ ਪਤਨੀ ਦੋਵੇਂ ਮਸਤਿਸ਼ਕ ਦੇ ਨਿਯਮ ਦਾ ਸਹੀ ਪ੍ਰਯੋਗ ਕਰਨ ਤਾਂ ਉਹਨਾਂ ਵਿਚਕਾਰ ਦਾ ਸੰਘਰਸ਼ ਗਾਇਬ ਹੋ ਜਾਏਗਾ। ਇਕੱਠੀਆਂ ਪ੍ਰਾਰਥਨਾ ਕਰਨ ਨਾਲ ਤੁਹਾਡਾ ਸਾਥ ਬਣਿਆ ਰਹੇਗਾ। ਦੈਵੀ ਆਦਰਸ਼ਾਂ ਦਾ ਮਨਨ, ਜੀਵਨ ਦੇ ਨਿਯਮਾਂ ਦਾ ਅਧਿਐਨ, ਸਾਂਝੇ ਉਦੇਸ਼ ਤੇ ਯੋਜਨਾ ਤੇ ਆਪਸੀ ਸਹਿਮਤੀ ਤੇ ਵਿਅਕਤੀਗਤ ਸੁਤੰਤਰਤਾ ਦਾ ਆਨੰਦ ਇਕਸਾਰ ਵਿਆਹਤਾ ਜੀਵਨ ਪ੍ਰਦਾਨ ਕਰਦਾ ਹੈ ਤੇ ਦੋਵੇਂ ਵਿਅਕਤੀਆਂ ਨੂੰ ਇੱਕ ਕਰ ਦਿੰਦਾ ਹੈ। ਤਲਾਕ ਨੂੰ ਰੋਕਣ ਦਾ ਸਭ ਤੋਂ ਵਧੀਆ ਸਮਾਂ ਵਿਆਹ ਤੋਂ ਪਹਿਲਾਂ ਹੈ। ਕਿਸੇ ਬਹੁਤ ਮਾੜੀ ਸਥਿਤੀ ਤੋਂ ਬਾਹਰ ਨਿਕਲਣ ਦੇ ਫੈਸਲੇ 'ਚ ਕੋਈ ਗਲਤ ਗੱਲ ਨਹੀਂ ਹੈ, ਪਰ ਪਹਿਲੀ ਗੱਲ ਤਾਂ ਇਹ ਹੈ ਕਿ ਮਾੜੀ ਸਥਿਤੀ 'ਚ ਪੈਣਾ ਕਿਉਂ। ਕਿ ਇਹ ਬਿਹਤਰ ਹੋਏਗਾ ਕਿ ਵਾਧਾ ਸਮੱਸਿਆਵਾਂ ਦੇ ਅਸਲ ਕਾਰਨ ਦੇ ਧਿਆਨ ਦੇਣ ਵੇਲੇ ਮਾਮਲੇ ਦੀ ਜੜ ਤੱਕ ਪੁੱਜਿਆ ਜਾਵੇ। ਵਿਆਹਕ ਦੁੱਖ, ਵਿਵਾਦ, ਵੱਖਰੇਵਾਂ ਤੇ ਤਲਾਕ ਦੀਆਂ ਸਮੱਸਿਆਵਾਂ ਔਰਤਾਂ ਮਰਦਾਂ ਦੀਆਂ ਬਾਕੀ ਸਮੱਸਿਆਵਾਂ ਤੋਂ ਜੁਦਾ ਨਹੀਂ ਹਨ। ਇਹਨਾਂ ਦੇ ਬਾਰੇ 'ਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਸਮੱਸਿਆਵਾਂ ਉਹਨਾਂ ਦੇ ਚੇਤਨ ਤੇ ਅਵਚੇਤਨ ਮਨ ਦੀ ਕਾਰਜਵਿਧੀ ਤੇ ਆਪਸੀ ਸੰਬੰਧ ਦੀ ਨਾਸਮਝੀ ਨਾਲ ਪੈਦਾ ਹੁੰਦੀਆਂ। ਵਿਆਹ ਦਾ ਅਰਥ ਅਸਲ ਬਣਨ ਲਈ ਹਰ ਵਿਆਹ ਦੀ ਸ਼ੁਰੂਆਤ ਠੋਸ ਅਧਿਆਤਮਕ ਨੀਂਹ ਨਾਲ ਹੋਣਾ ਚਾਹੀਦਾ ਹੈ। ਇਹ ਦਿਲ ਤੋਂ ਹੋਣਾ ਚਾਹੀਦਾ ਹੈ ਕਿਉਂਕਿ ਦਿਲ 'ਚ ਪ੍ਰੇਮ ਭਰਿਆ ਹੁੰਦਾ ਹੈ। ਇਮਾਨਦਾਰੀ, ਸੱਚਾਈ, ਦਿਆਲਤਾ ਤੇ ਅਖੰਡਤਾ ਸਾਰੇ ਪ੍ਰੇਮ ਦੇ ਪਹਿਲੂ ਹੈ। ਦੋਵੇਂ ਜੀਵਨ ਸਾਥੀਆਂ ਨੂੰ ਇੱਕ ਦੂਜੇ ਦੇ ਪ੍ਰਤੀ ਪੂਰੀ ਤਰ੍ਹਾਂ ਇਮਾਨਦਾਰ ਤੇ ਸੱਚਾ ਰਹਿਣਾ ਚਾਹੀਦਾ ਹੈ। ਜੇ ਕੋਈ ਵਿਅਕਤੀ ਆਪਣੇ ਗੌਰਵ ਨੂੰ ਵਧਾਉਣ ਜਾਂ ਕਿਸੇ ਮਹਿਲਾ ਦੀ ਦੌਲਤ ਜਾਂ ਸਮਾਜਿਕ ਸਨਮਾਨ ਪਾਉਣ ਲਈ ਵਿਆਹ ਕਰੇ ਤਾਂ ਇਹ ਸੱਚਾ ਵਿਆਹ ਨਹੀਂ ਹੋਏਗਾ। ਇਹ ਇਮਾਨਦਾਰੀ ਤੇ ਸੱਚੇ ਪ੍ਰੇਮ ਦੀ ਘਾਟ ਦਾ ਸੰਕੇਤ ਹੈ। ਇਸ ਤਰ੍ਹਾਂ ਦਾ ਵਿਆਹ ਮਜ਼ਾਕ, ਧੋਖਾ ਤੇ ਡਰਾਮਾ ਹੈ। ਜੇ ਕੋਈ ਔਰਤ ਕਹਿੰਦੀ ਹੈ ਮੈਂ ਕਦੇ ਕੰਮ ਕਰਦੇ ਕਰਦੇ ਥੱਕ ਚੁੱਕੀ ਹਾਂ, ਮੈਂ ਸੁਰੱਖਿਆ ਦੀ ਖਾਤਰ ਵਿਆਹ ਕਰਨਾ ਚਾਹੁੰਦੀ ਹਾਂ, ਤਾਂ ਉਹਦਾ ਬੁਨਿਆਦੀ ਆਧਾਰ ਹੀ ਗਲਤ ਹੈ। ਉਹ ਮਸਤਿਸ਼ਕ ਦੇ ਨਿਯਮਾਂ ਦਾ ਸਹੀ ਤਰ੍ਹਾਂ ਨਾਲ ਪ੍ਰਯੋਗ ਨਹੀਂ ਕਰ ਰਹੀ। ਉਹਦੀ ਸੁਰੱਖਿਆ ਚੇਤਨ ਤੇ ਅਵਚੇਤਨ ਮਨ ਦੇ ਅੰਤਰ ਸੰਬੰਧਾਂ ਦੇ ਗਿਆਨ ਤੇ ਪ੍ਰਯੋਗ ਉੱਤੇ ਨਿਰਭਰ ਕਰਦੀ ਹੈ। ਜੇ ਕੋਈ ਔਰਤ ਜਾਂ ਪੁਰਖ ਇਸ ਪੁਸਤਕ ਦੇ ਅਧਿਆਇ 'ਚ ਦੱਸੀ ਗਈ ਤਕਨੀਕ ਤੇ ਅਮਲ ਕਰੇ ਤਾਂ ਉਹਨੂੰ ਦੌਲਤ ਜਾਂ ਸਿਹਤ ਦੀ ਕਦੇ ਘਾਟ ਨਹੀਂ ਹੋਏਗੀ। ਉਹਦੀ ਦੌਲਤ ਉਹਦੇ ਪਤੀ, ਮਾਂ-ਪਿਓ ਜਾਂ ਕਿਸੇ ਹੋਰ ਸਰੋਤ ਦੀ ਬਜਾਏ ਆਪਣੇ ਆਪ ਆਏਗੀ। ਮਹਿਲਾ ਸਿਹਤ, ਸ਼ਾਂਤੀ, ਖੁਸ਼ੀ, ਪ੍ਰੇਰਨਾ, ਮਾਰਗਦਰਸ਼ਨ, ਪ੍ਰੇਮ, ਦੌਲਤ, ਸੁਰੱਖਿਆ, ਸੁੱਖ ਜਾਂ ਦੁਨੀਆ ਦੀ ਕਿਸੇ ਹੋਰ ਚੀਜ਼ ਲਈ ਆਪਣੇ ਪਤੀ ਤੇ ਨਿਰਭਰ ਨਹੀਂ ਹੈ। ਉਹਨੂੰ ਸੁਰੱਖਿਆ ਤੇ ਮਾਨਸਿਕ ਸ਼ਾਂਤੀ ਤਾਂ ਆਪਣੇ ਅੰਦਰ ਦੀਆਂ ਸ਼ਕਤੀਆਂ ਦੇ ਗਿਆਨ ਤੇ ਆਪਣੇ ਮਸਤਿਸ਼ਕ ਦੇ ਨਿਯਮਾਂ ਤੇ ਲਗਾਤਾਰ ਸਿਰਜਣਾਤਮਕ ਪ੍ਰਯੋਗ ਨਾਲ ਮਿਲਦੀ ਹੈ। ਆਦਰਸ਼ ਪਤੀ ਨੂੰ ਕਿਵੇਂ ਆਕਰਸ਼ਿਤ ਕਰੀਏ। ਜੇ ਤੁਸੀਂ ਇਹ ਤੋਂ ਪਹਿਲਾਂ ਦੇ ਅਧਿਆਇ ਪੜ੍ਹ ਲਏ ਹੈ ਤਾਂ ਹੁਣ ਤਾਂ ਇਹ ਤੁਸੀਂ ਜਾਣ ਚੁੱਕੇ ਹੋਗੇ ਕਿ ਤੁਹਾਡਾ ਅਵਚੇਤਨ ਮਨ ਕਿਵੇਂ ਕੰਮ ਕਰਦਾ ਹੈ। ਤੁਸੀਂ ਜਾਣਦੇ ਹੋ ਕਿ ਤੁਸੀਂ ਇਸ ਤੇ ਜੋ ਵੀ ਛਾਪ ਛੱਡੋਗੇ ਉਹ ਬਾਹਰੀ ਜਗਤ ਵਿੱਚ ਸਾਕਾਰ ਹੋ ਜਾਏਗੀ। ਇਸ ਵੇਲੇ ਆਪਣੇ ਅਵਚੇਤਨ ਮਨ ਤੇ ਗੁਣਾਂ ਤੇ ਨਿਸ਼ਾਨੀਆਂ ਦੀ ਛਾਪ ਛੱਡੋ ਜਿਹੜੀ ਤੁਸੀਂ ਕਿਸੇ ਪੁਰਖ ਵਿੱਚ ਚਾਹੁੰਦੇ ਹੋ। ਇੱਥੇ ਇੱਕ ਮੁਰਲੀ ਤਕਨੀਕ ਦਿੱਤੀ ਜਾ ਰਹੀ ਹੈ। ਰਾਤ ਨੂੰ ਕੁਰਸੀ ਤੇ ਬੈਠ ਜਾਓ, ਅੱਖਾਂ ਬੰਦ ਕਰੋ, ਸ਼ਿਥਿਲ ਹੋ ਜਾਓ, ਸਰੀਰ ਨੂੰ ਪੂਰੀ ਤਰ੍ਹਾਂ ਢਿੱਲਾ ਛੱਡ ਦਿਓ, ਬਹੁਤ ਹੀ ਸ਼ਾਂਤ, ਨਿਸ਼ਚਲ ਤੇ ਗ੍ਰਹਿਣਸ਼ੀਲ ਬਣ ਜਾਓ। ਆਪਣੇ ਅਵਚੇਤਨ ਮਨ ਨਾਲ ਗੱਲ ਕਰੋ ਤੇ ਕਹੋ, ਮੈਂ ਹੁਣ ਇੱਕ ਇਹੋ ਜਿਹੇ ਪੁਰਖ ਨੂੰ ਆਕਰਸ਼ਿਤ ਕਰ ਰਹੀ ਹਾਂ ਜਿਹੜਾ ਇਮਾਨਦਾਰ, ਸੱਚਾ, ਵਫਾਦਾਰ, ਨਿਸ਼ਠਾਵਾਨ, ਸ਼ਾਂਤ, ਖੁਸ਼ ਤੇ ਸਮਰਿੱਧ ਹੈ। ਜਿਹੜੇ ਗੁਣਾਂ ਦੀ ਮੈਂ ਸ਼ਲਾਘਾ ਕਰਦੀ ਹਾਂ ਮੇਰੇ ਅਵਚੇਤਨ ਮਨ 'ਚ ਇਸੇ ਸਮੇਂ ਉਤਰ ਰਹੇ ਨੇ। ਇਹਨਾਂ ਗੁਣਾਂ ਦੇ ਵਿਚਾਰ ਕਰਦੇ ਵੇਲੇ ਉਹ ਮੇਰੇ ਹਿੱਸੇ ਬਣ ਜਾਂਦੇ ਹਨ ਤੇ ਅਵਚੇਤਨ ਤੌਰ ਤੇ ਸਾਕਾਰ ਹੋ ਜਾਂਦਾ ਹੈ। ਮੈਂ ਜਾਣਦੀ ਹਾਂ ਆਕਰਸ਼ਣ ਦਾ ਨਿਯਮ ਅਚੂਕ ਹੁੰਦਾ ਹੈ ਤੇ ਮੈਂ ਆਪਣੇ ਅਵਚੇਤਨ ਵਿਸ਼ਵਾਸ ਦੇ ਅਨੁਸਾਰ ਆਪਣੇ ਵੱਲ ਕਿਸੇ ਵੀ ਪੁਰਖ ਨੂੰ ਆਕਰਸ਼ਿਤ ਕਰਦੀ ਹਾਂ। ਮੈਂ ਉਸੇ ਆਕਰਸ਼ਿਤ ਕਰਦੀ ਹਾਂ ਜਿਹਨੂੰ ਮੈਂ ਆਪਣੇ ਅਵਚੇਤਨ ਮਨ 'ਚ ਸੱਚਾ ਮਹਿਸੂਸ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਮੈਂ ਉਹਦੀ ਸ਼ਾਂਤੀ ਤੇ ਸੁੱਖ ਨੂੰ ਵਧਾ ਸਕਦੀ ਹਾਂ। ਉਹ ਮੇਰੇ ਆਦਰਸ਼ਾਂ ਨਾਲ ਪ੍ਰੇਮ ਕਰਦਾ ਹੈ ਤੇ ਮੈਂ ਉਹਦੇ ਆਦਰਸ਼ਾਂ ਨਾਲ ਪ੍ਰੇਮ ਕਰਦੀ ਹਾਂ। ਉਹ ਮੈਨੂੰ ਬਦਲ ਕੇ ਨਵਾਂ ਨਹੀਂ ਬਣਾਉਣਾ ਚਾਹੁੰਦਾ, ਨਾ ਹੀ ਮੈਂ ਉਹਨੂੰ ਬਦਲ ਕੇ ਨਵਾਂ ਬਣਾਉਣਾ ਚਾਹੁੰਦੀ ਹਾਂ। ਸਾਡੇ ਵਿਚਕਾਰ ਆਪਸੀ ਪ੍ਰੇਮ, ਸੁਤੰਤਰਤਾ ਤੇ ਸਨਮਾਨ ਹੈ। ਆਪਣੇ ਅਵਚੇਤਨ ਮਨ ਵਿੱਚ ਵਿਚਾਰ ਭਰਨ ਦੀ ਇਸ ਪ੍ਰਕਿਰਿਆ ਦਾ ਅਭਿਆਸ ਕਰੋ। ਫਿਰ ਤੁਹਾਡੇ ਵੱਲ ਇਹੋ ਜਿਹੇ ਪੁਰਖ ਆਕਰਸ਼ਿਤ ਹੋ ਜਾਏਗਾ ਜਿਸ ਵਿੱਚ ਉਹੀ ਗੁਣ ਤੇ ਲੱਖਣ ਹੋਣਗੇ ਜਿਨ੍ਹਾਂ ਦੀ ਤੁਸੀਂ ਮਾਨਸਿਕ ਤੌਰ ਤੇ ਕਲਪਨਾ ਕੀਤੀ ਸੀ। ਤੁਹਾਡੇ ਅਵਚੇਤਨ
ਤੁਹਾਡੀ ਅਵਚੇਤਨ ਬੁੱਧੀਮਤਾ ਤੁਹਾਡੇ ਲਈ ਇਹੋ ਜਿਹਾ ਰਾਹ ਖੋਲ੍ਹ ਦੇਵੇਗੀ ਜਿਹਦੇ ਰਾਹੀਂ ਤੁਸੀਂ ਦੋਵੇਂ ਮਿਲ ਸਕੋਗੇ। ਇੰਜ ਤੁਹਾਡੇ ਅਵਚੇਤਨ ਮਨ ਦੇ ਅਚੂਕ ਤੇ ਨਾ ਬਦਲਣ ਯੋਗ ਪ੍ਰਵਾਹ ਦੇ ਅਨੁਰੂਪ ਹੋਏਗਾ। ਤੁਹਾਡੇ ਅੰਦਰ ਚੰਗੇ ਤੋਂ ਚੰਗੇ ਪ੍ਰੇਮ, ਲਗਨ ਤੇ ਸਹਿਯੋਗ ਦੇਣ ਦੀ ਤੀਬਰ ਇੱਛਾ। ਪ੍ਰੇਮ ਦੇ ਇਸ ਉਪਹਾਰ ਦੇ ਪ੍ਰਤੀ ਗ੍ਰਹਿਣਸ਼ੀਲ ਰਹੋ ਜਿਹੜਾ ਤੁਸੀਂ ਆਪਣੇ ਅਵਚੇਤਨ ਮਨ ਨੂੰ ਦਿੱਤਾ ਹੈ। ਆਦਰਸ਼ ਪਤਨੀ ਨੂੰ ਕਿਵੇਂ ਆਕਰਸ਼ਿਤ ਕੀਤਾ ਜਾਂਦਾ ਹੈ? ਆਪਣੀ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਣ ਕਰਨ ਲਈ ਹੇਠਾਂ ਦਿੱਤੀ ਗਈ ਸਕਾਰਾਤਮਕ ਤਸਦੀਕ ਕਰੋ। ਮੈਂ ਹੁਣ ਉਪਯੁਕਤ ਮਹਿਲਾ ਨੂੰ ਆਕਰਸ਼ਿਤ ਕਰ ਰਿਹਾ ਜਿਹਦੇ ਨਾਲ ਮੇਰਾ ਪੂਰਾ ਤਾਲਮੇਲ ਹੋਏਗਾ। ਇਹ ਅਧਿਆਤਮਕ ਤਾਲਮੇਲ ਹੈ ਕਿਉਂਕਿ ਦੇਵੀ ਰੂਪ ਹੈ। ਇਹ ਪ੍ਰੇਮ ਕਿਸੇ ਮਹਿਲਾ ਦੇ ਵਿਅਕਤਿਤਵ ਰਾਹੀਂ ਕੰਮ ਕਰ ਰਿਹਾ ਹੈ ਜਿਸ ਦੇ ਨਾਲ ਮੇਰੀ ਜੋੜੀ ਆਦਰਸ਼ ਰਹੇਗੀ। ਮੈਂ ਜਾਣਦਾ ਕਿ ਮੈਂ ਇਸ ਮਹਿਲਾ ਨੂੰ ਪ੍ਰੇਮ, ਪ੍ਰਕਾਸ਼, ਸ਼ਾਂਤੀ ਤੇ ਖੁਸ਼ੀ ਦੇ ਸਕਦਾ। ਮੈਂ ਮਹਿਸੂਸ ਤੇ ਵਿਸ਼ਵਾਸ ਕਰਦਾ ਕਿ ਇਸ ਮਹਿਲਾ ਦੇ ਜੀਵਨ ਨੂੰ ਪੂਰਨ ਤੇ ਅਦਭੁਤ ਬਣਾ ਸਕਦਾ। ਮੈਂ ਹੁਣ ਆਦੇਸ਼ ਦਿੰਦਾ ਕਿ ਉਸ ਵਿੱਚ ਇਹ ਗੁਣ ਤੇ ਆਦਤਾਂ ਹੋਣ। ਉਹ ਅਧਿਆਤਮਕ, ਨਿਸ਼ਠਾਵਾਨ, ਵਫਾਦਾਰ ਤੇ ਇਮਾਨਦਾਰ ਹੈ। ਉਹ ਬਰਾਬਰਤਾ ਪੂਰਨ, ਸ਼ਾਂਤ ਤੇ ਖੁਸ਼ ਮਿਜਾਜ਼ ਹੈ। ਅਸੀਂ ਇੱਕ ਦੂਜੇ ਦੇ ਪ੍ਰਤੀ ਪ੍ਰਬਲਤਾ ਨਾਲ ਆਕਰਸ਼ਿਤ ਹਾਂ। ਜਿਹੜਾ ਪ੍ਰੇਮ ਸੱਚ ਤੇ ਸੁੰਦਰਤਾ ਨਾਲ ਸੰਬੰਧ ਰੱਖਦਾ ਹੈ ਇਹੀ ਮੇਰੇ ਅਨੁਭਵ 'ਚ ਆ ਸਕਦਾ ਹੈ। ਮੈਂ ਹੁਣ ਆਪਣੇ ਆਦਰਸ਼ ਜੀਵਨ ਸਾਥੀ ਨੂੰ ਸਵੀਕਾਰ ਕਰਦਾ ਹਾਂ। ਜਦ ਤੁਸੀਂ ਸ਼ਾਂਤੀ ਤੇ ਡੂੰਘੀ ਰੁਚੀ ਨਾਲ ਉਹਨਾਂ ਗੁਣਾਂ ਤੇ ਲੱਛਣਾਂ ਬਾਰੇ ਸੋਚੋ ਜਿਨ੍ਹਾਂ ਨੂੰ ਤੁਸੀਂ ਆਪਣੇ ਚਾਹੇ ਗਏ ਸਾਥੀ ਦੇ ਤੌਰ ਤੇ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੀ ਮਾਨਸਿਕਤਾ 'ਚ ਉਹਦਾ ਮਾਨਸਿਕ ਸਮਤੋਲ ਬਣਾ ਲਓਗੇ। ਫਿਰ ਤੁਹਾਡੇ ਅਵਚੇਤਨ ਮਨ ਦਾ ਜ਼ਿਆਦਾ ਡੂੰਘਾ ਪ੍ਰਭਾਵ ਤੁਸੀਂ ਦੋਨਾਂ ਦਾ ਦੇਵੀ ਵਿਧਾਨ ਦੇ ਤਹਿਤ ਨਾਲ ਲੈ ਆਵੇਗਾ। ਤੀਜੀ ਗਲਤੀ ਦੀ ਕੋਈ ਜ਼ਰੂਰਤ ਨਹੀਂ ਹੈ। ਸ਼ੀਲਾ ਬੀ ਕਈ ਸਾਲਾਂ ਤੋਂ ਪ੍ਰਬੰਧਕ ਦੇ ਅਹੁਦੇ ਤੇ ਕੰਮ ਕਰ ਰਹੀ ਹੈ। ਹਾਲ 'ਚ ਉਹਨੇ ਮੈਨੂੰ ਕਿਹਾ, ਮੈਂ 3 ਲੋਕਾਂ ਨਾਲ ਵਿਆਹ ਕਰ ਚੁੱਕੀ ਹਾਂ ਤੇ ਤਿੰਨੇ ਹੀ ਨਿਸ਼ਕਰੇ ਤੇ ਦੱਬੂ ਸਨ। ਉਹ ਨਿਰਣਾ ਲੈਣ ਤੇ ਹਰ ਚੀਜ਼ ਚਲਾਉਣ ਲਈ ਮੇਰੇ ਤੇ ਨਿਰਭਰ ਸੀ। ਮੇਰੇ ਵੱਲ ਇਹੋ ਜਿਹੇ ਲੋਕ ਹੀ ਕਿਉਂ ਆਕਰਸ਼ਿਤ ਹੁੰਦੇ ਹਨ? ਮੈਂ ਉਹਨੂੰ ਪੁੱਛਿਆ ਕਿ ਕੀ ਦੂਜੀ ਸ਼ਾਦੀ ਕਰਨ ਤੋਂ ਪਹਿਲਾਂ ਉਹ ਜਾਣਦੀ ਸੀ ਕਿ ਉਹਦੇ ਹੋਣ ਵਾਲੇ ਪਤੀ 'ਚ ਪਹਿਲੇ ਪਤੀ ਵਰਗਾ ਹੀ ਚਰਿੱਤਰ ਹੈ? ਜ਼ਾਹਰ ਹੈ ਨਹੀਂ। ਉਹਨੇ ਜ਼ੋਰ ਦੇ ਕੇ ਕਿਹਾ, ਜੇ ਮੈਂ ਪਹਿਲਾਂ ਤੋਂ ਹੀ ਜਾਣਦੀ ਕਿ ਵੀ ਉਹ ਇੰਨਾ ਦੱਬੂ ਹੈ ਤਾਂ ਮੈਂ ਉਸ ਨਾਲ ਵਿਆਹ ਹੀ ਨਾ ਕਰਦੀ। ਇਹ ਮੇਰੇ ਤੀਜੇ ਪਤੀ ਨਾਲ ਹੋਇਆ। ਦਿੱਕਤ ਉਹਨਾਂ ਆਦਮੀਆਂ 'ਚ ਨਹੀਂ ਸੀ ਜਿਨ੍ਹਾਂ ਨੇ ਸ਼ੀਲਾ ਨਾਲ ਵਿਆਹ ਕੀਤਾ ਸੀ। ਦਿੱਕਤ ਤਾਂ ਉਹਦੇ ਆਪਣੇ ਵਿਅਕਤਿਤਵ ਦੀ ਬਨਾਵਟ ਵਿੱਚ ਸੀ। ਉਹ ਬਹੁਤ ਹੀ ਹੱਠ ਧਰਮੀ ਵਾਲੀ ਤੇ ਹਰ ਸਥਿਤੀ ਉੱਤੇ ਆਪਣਾ ਨਿਯੰਤਰਣ ਕਰਨਾ ਚਾਹੁੰਦੀ ਸੀ। ਇੱਕ ਸਤਰ ਤੇ ਉਹ ਇਹੋ ਜਿਹਾ ਜੀਵਨ ਸਾਥੀ ਚਾਹੁੰਦੀ ਸੀ ਜਿਹੜਾ ਦੱਬੂ ਤੇ ਨਿਸ਼ਕਰੀਏ ਨਾ ਹੋ ਕੇ ਉਹ ਆਪਣੇ ਆਪ ਨਿਰਣਾਇਕ ਭੂਮਿਕਾ ਨਿਭਾ ਸਕੇ। ਇਹਦੇ ਨਾਲ ਹੀ ਉਹਦੀ ਗੰਭੀਰ ਲੋੜ ਇਹੋ ਜਿਹੇ ਜੀਵਨ ਸਾਥੀ ਦੀ ਸੀ ਜਿਹੜਾ ਉਹਦੀ ਬਰਾਬਰੀ ਦਾ ਹੋਵੇ। ਉਹਦੀ ਅਵਚੇਤਨ ਤਸਵੀਰ ਇਹੋ ਜਿਹੇ ਵਿਅਕਤੀ ਨੂੰ ਆਕਰਸ਼ਿਤ ਕਰ ਰਹੀ ਸੀ ਜਿਹਨੂੰ ਉਹ ਚਾਹੁੰਦੀ ਤਾਂ ਸੀ, ਲੇਕਿਨ ਵਿਆਹ ਤੋਂ ਬਾਅਦ ਉਹਨੂੰ ਪਤਾ ਚੱਲਦਾ ਸੀ ਕਿ ਉਹਦੀ ਅਸਲ ਲੋੜਾਂ ਨੂੰ ਪੂਰਾ ਨਹੀਂ ਕਰਦਾ। ਉਹਨੂੰ ਸਹੀ ਪ੍ਰਾਰਥਨਾ ਪ੍ਰਕਿਰਿਆ ਅਪਣਾ ਕੇ ਇਸ ਸ਼ੈਲੀ ਨੂੰ ਤੋੜਨਾ ਸਿੱਖਣਾ ਪਿਆ। ਉਸਨੇ ਕਿਵੇਂ ਨਕਾਰਾਤਮਕ ਸ਼ੈਲੀ ਨੂੰ ਤੋੜਿਆ? ਸ਼ੀਲਾ ਬੀ ਨੇ ਆਖਿਰ ਇੱਕ ਸਰਲ ਸੱਚਾਈ ਜਾਣ ਲਈ, ਜਦੋਂ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਆਦਰਸ਼ ਸਾਥੀ ਪਾ ਸਕਦੇ ਹੋ ਤਾਂ ਤੁਹਾਨੂੰ ਆਪਣੇ ਵਿਸ਼ਵਾਸ ਦੇ ਅਨੁਰੂਪ ਹੀ ਮਿਲੇਗਾ। ਪੁਰਾਣੇ ਅਵਚੇਤਨ ਤੰਤਰ ਨੂੰ ਤੋੜਨ ਤੇ ਆਪਣੇ ਵੱਲੋਂ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਿਤ ਕਰਨ ਲਈ ਸ਼ੀਲਾ ਨੇ ਇਸ ਪ੍ਰਾਰਥਨਾ ਦਾ ਪ੍ਰਯੋਗ ਕੀਤਾ। ਮੈਂ ਆਪਣੀ ਮਾਨਸਿਕਤਾ ਵਿੱਚ ਉਸ ਤਰ੍ਹਾਂ ਦੇ ਵਿਅਕਤੀ ਨੂੰ ਰੱਖ ਰਹੀ ਹਾਂ ਜਿਹਦੀ ਮੈਂ ਡੂੰਘਾਈ ਨਾਲ ਇੱਛਾ ਕਰਦੀ ਹਾਂ। ਮੈਂ ਜਿਸ ਪੁਰਖ ਨੂੰ ਪਤੀ ਦੇ ਤੌਰ ਤੇ ਆਕਰਸ਼ਿਤ ਕਰਦੀ ਹਾਂ ਉਹ ਪ੍ਰਭਾਵ, ਤਾਕਤਵਰ, ਪ੍ਰੇਮ ਪੂਰਨ, ਸਫਲ, ਇਮਾਨਦਾਰ, ਵਫਾਦਾਰ ਤੇ ਨਿਸ਼ਠਾਵਾਨ ਹੈ। ਉਹਨੂੰ ਮੇਰੇ ਨਾਲ ਪ੍ਰੇਮ ਤੇ ਖੁਸ਼ੀ ਮਿਲਦੀ ਹੈ। ਮੈਂ ਉਹਦੀ ਦੱਸੀ ਗਈ ਰਾਹ ਉੱਤੇ ਚੱਲਣਾ ਪਸੰਦ ਕਰਦੀ ਹਾਂ। ਮੈਂ ਜਾਣਦੀ ਹਾਂ ਕਿ ਉਹ ਮੈਨੂੰ ਚਾਹੁੰਦਾ ਹੈ ਤੇ ਉਹਨੂੰ ਮੈਂ ਇਮਾਨਦਾਰ, ਸੱਚੀ, ਪ੍ਰੇਮ ਪੂਰਨ ਤੇ ਦਿਆਲੂ ਹਾਂ। ਮੇਰੇ ਕੋਲ ਉਹਨੂੰ ਦੇਣ ਲਈ ਅਦਭੁਤ ਤੋਹਫੇ ਹਨ। ਇਹ ਸਾਂਝੇ ਹਨ। ਮੈਂ ਦੇਣਾ ਤੇ ਲੈਣਾ ਚਾਹੁੰਦੀ ਹਾਂ। ਦੇਵੀ ਗਿਆਨ ਜਾਣਦਾ ਹੈ ਕਿ ਉਹ ਪੁਰਖ ਕਿੱਥੇ ਹੈ ਤੇ ਮੇਰੇ ਅਵਚੇਤਨ ਮਨ ਦੀ ਅਗਾਧ ਡੂੰਘੀ ਬੁੱਧੀਮਤਾ ਹੁਣ ਸਾਨੂੰ ਦੋਨਾਂ ਨੂੰ ਆਪਣੇ ਤਰੀਕੇ ਰਾਹੀਂ ਕਰੀਬ ਲਿਆ ਰਹੀ ਹੈ। ਅਸੀਂ ਇੱਕ ਦੂਜੇ ਨੂੰ ਦੇਖਦੇ ਹੀ ਤਤਕਾਲ ਪਛਾਣ ਲਵਾਂਗੇ। ਮੈਂ ਇਹ ਨਿਵੇਦਨ ਆਪਣੇ ਅਵਚੇਤਨ ਮਨ ਦੇ ਹਵਾਲੇ ਕਰ ਰਹੀ ਹਾਂ ਜਿਹੜਾ ਜਾਣਦਾ ਹੈ ਕਿ ਇਸ ਨਿਵੇਦਨ ਨੂੰ ਕਿਵੇਂ ਪੂਰਾ ਕਰਨਾ ਹੈ। ਮੈਂ ਆਦਰਸ਼ਕ ਜਵਾਬ ਲਈ ਧੰਨਵਾਦ ਦਿੰਦੀ ਹਾਂ। ਉਸਨੇ ਇਸ ਤਰੀਕੇ ਨਾਲ ਹਰ ਦਿਨ ਪ੍ਰਾਰਥਨਾ ਕੀਤੀ, ਸਵੇਰੇ ਉੱਠਦੇ ਹੀ ਤੇ ਰਾਤ ਨੂੰ ਸੌਣ ਸਮੇਂ। ਉਹਨੇ ਇਸ ਵਿਸ਼ਵਾਸ ਦੇ ਨਾਲ ਇਹਨਾਂ ਸੱਚਾਈਆਂ ਦੀ ਸਕਾਰਾਤਮਕ ਤਸਦੀਕ
ਕੀਤੀ ਕਿ ਮਸਤਿਸ਼ਕ ਵਿੱਚ ਬਾਰ-ਬਾਰ ਦੁਹਰਾਉਣ ਨਾਲ ਉਸ ਮਾਨਸਿਕ ਸਮਤੋਲ ਤੱਕ ਪੁੱਜ ਜਾਏਗੀ ਜਿਹਨੂੰ ਉਹ ਚਾਹੁੰਦੀ ਸੀ। ਉਹਦੀ ਪ੍ਰਾਰਥਨਾ ਦਾ ਜਵਾਬ। ਕਈ ਮਹੀਨੇ ਗੁਜ਼ਰ ਗਏ। ਸ਼ੀਲਾ ਡੇਟਿੰਗ ਕਰਦੀ ਰਹੀ ਤੇ ਸਮਾਜਿਕ ਰੁਝੇਵਿਆਂ ਵਿੱਚ ਵਿਅਸਤ ਰਹੀ। ਲੋਕਲ ਉਹ ਜਿਹੜੇ ਵਿਅਕਤੀਆਂ ਨੂੰ ਮਿਲੀ ਉਹਨਾਂ ਵਿੱਚ ਕੋਈ ਵੀ ਇੰਜ ਦਾ ਨਹੀਂ ਸੀ ਜਿਹਦੀ ਉਹਨੂੰ ਤਲਾਸ਼ ਸੀ। ਉਹ ਸੋਚਣ ਲੱਗੀ ਕਿਤੇ ਉਹਦੀ ਤਲਾਸ਼ ਅਧੂਰੀ ਤਾਂ ਨਹੀਂ ਰਹਿ ਜਾਏਗੀ। ਉਹਨੇ ਪਾਇਆ ਕਿ ਉਹ ਖੁਦ ਤੋਂ ਸਵਾਲ ਪੁੱਛ ਰਹੀ ਸੀ, ਡਾਵਾਂਡੋਲ ਹੋ ਰਹੀ ਸੀ, ਸ਼ੰਕਾ ਕਰ ਰਹੀ ਸੀ ਤੇ ਢੁਲਮੁਲ ਹੋ ਰਹੀ ਸੀ। ਇਸ ਮੋੜ ਤੇ ਉਹਨੇ ਖੁਦ ਨੂੰ ਯਾਦ ਦਿਲਾਇਆ ਕਿ ਅਸੀਂ ਬੁੱਧੀਮਤਾ ਇਸ ਕੰਮ ਨੂੰ ਆਪਣੇ ਤਰੀਕੇ ਨਾਲ ਕਰ ਰਹੀ ਹੈ। ਇਸ ਬਾਰੇ ਉਹਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਤੇ ਜਦੋਂ ਉਹਨੂੰ ਕੋਰਟ ਤੋਂ ਤਲਾਕ ਦਾ ਅੰਤਿਮ ਆਦੇਸ਼ ਮਿਲ ਗਿਆ ਤਾਂ ਉਹਨੂੰ ਮੁਕਤੀ ਤੇ ਮਾਨਸਿਕ ਸੁਤੰਤਰਤਾ ਦਾ ਡੂੰਘਾ ਅਹਿਸਾਸ ਹੋਇਆ। ਇਸ ਤੋਂ ਬਾਅਦ ਛੇਤੀ ਉਹਨੂੰ ਇੱਕ ਮੈਡੀਕਲ ਕੰਪਨੀ ਵਿੱਚ ਪ੍ਰਮੁੱਖ ਪ੍ਰਸ਼ਾਸਕ ਦਾ ਨਵਾਂ ਅਹੁਦਾ ਮਿਲ ਗਿਆ। ਨੌਕਰੀ ਦੇ ਪਹਿਲੇ ਹੀ ਦਿਨ ਇੱਕ ਵੱਡਾ ਡਾਕਟਰ ਉਹਦੇ ਕਮਰੇ 'ਚ ਪਰਿਚੈ ਕਰਨ ਆਇਆ। ਜਿਸ ਦਿਨ ਸ਼ੀਲਾ ਨੇ ਇਸ ਅਹੁਦੇ ਲਈ ਇੰਟਰਵਿਊ ਦਿੱਤਾ ਸੀ, ਉਸ ਦਿਨ ਉਹ ਇੱਕ ਮੈਡੀਕਲ ਕਾਨਫਰੰਸ 'ਚ ਭਾਗ ਲੈਣ ਲਈ ਸ਼ਹਿਰ ਤੋਂ ਬਾਹਰ ਗਿਆ ਸੀ। ਜਿਸ ਪਲ ਉਹ ਅੰਦਰ ਆਏ ਉਹ ਜਾਣ ਗਏ ਕਿ ਇਹੀ ਉਹ ਪੁਰਖ ਹੈ ਜਿਹਦੇ ਲਈ ਉਹ ਪ੍ਰਾਰਥਨਾ ਕਰ ਰਹੀ ਸੀ। ਜ਼ਾਹਰ ਹੈ ਡਾਕਟਰ ਨੂੰ ਇਹਦਾ ਅੰਦਾਜ਼ਾ ਹੋ ਗਿਆ ਸੀ। 1 ਮਹੀਨੇ ਦੇ ਅੰਦਰ ਅੰਦਰ ਹੀ ਡਾਕਟਰ ਨੇ ਸ਼ੀਲਾ ਦੇ ਸਾਹਮਣੇ ਸ਼ਾਦੀ ਦੀ ਪੇਸ਼ਕਸ਼ ਕੀਤੀ। ਬਾਅਦ 'ਚ ਉਹਨਾਂ ਦਾ ਵਿਆਹਤਾ ਜੀਵਨ ਸੁਖਮਈ ਰਿਹਾ। ਇਹ ਡਾਕਟਰ ਹੁਕਮਬਰਦਾਰ ਜਾਂ ਦੱਬੂ ਕਿਸਮ ਦਾ ਨਹੀਂ ਸੀ। ਉਹ ਪ੍ਰਭਾਵੀ, ਆਤਮ ਵਿਸ਼ਵਾਸ ਤੇ ਨਿਰਣਾਇਕ ਸਨ। ਆਪਣੇ ਖੇਤਰ 'ਚ ਬਹੁਤ ਸਨਮਾਨਿਤ ਤੇ ਕਾਲਜ ਦੇ ਦਿਨਾਂ 'ਚ ਬਹੁਤ ਚੰਗੇ ਖਿਡਾਰੀ ਵੀ ਰਹਿ ਚੁੱਕੇ ਸਨ। ਉਹ ਡੂੰਘੇ ਅਧਿਆਤਮਕ ਵਿਅਕਤੀ ਵੀ ਸੀ। ਸ਼ੀਲਾ ਨੂੰ ਉਹ ਜੀਵਨ ਸਾਥੀ ਮਿਲ ਗਿਆ ਜਿਹਦੇ ਲਈ ਉਹਨੇ ਪ੍ਰਾਰਥਨਾ ਕੀਤੀ ਸੀ। ਇੰਜ ਇਸ ਲਈ ਹੋਇਆ ਕਿਉਂਕਿ ਉਹਨੇ ਇਹਦਾ ਮਾਨਸਿਕ ਤੌਰ ਤੇ ਤਦੋਂ ਤੱਕ ਦਾਅਵਾ ਕੀਤਾ ਜਦ ਤੱਕ ਕਿ ਉਹ ਸੰਪੂਰਤੀ ਦੇ ਬਿੰਦੂ ਤੱਕ ਨਹੀਂ ਪੁੱਜ ਗਈ। ਦੂਜੇ ਸ਼ਬਦਾਂ 'ਚ ਉਹ ਮਾਨਸਿਕ ਤੇ ਭਾਵਨਾਤਮਕ ਤੌਰ ਤੇ ਆਪਣੇ ਵਿਚਾਰ ਦੇ ਨਾਲ ਇਕਾਗਰ ਹੋ ਗਈ ਤੇ ਇਹ ਉਹਦਾ ਹਿੱਸਾ ਬਣ ਗਏ। ਕੀ ਮੈਨੂੰ ਤਲਾਕ ਲੈ ਲੈਣਾ ਚਾਹੀਦਾ? ਤਲਾਕ ਕੇਵਲ ਇੱਕ ਵਿਅਕਤੀਗਤ ਸਵਾਲ ਹੈ। ਇਹਦਾ ਕੋਈ ਇਹੋ ਜਿਹਾ ਆਮ ਜਵਾਬ ਨਹੀਂ ਹੋ ਸਕਦਾ ਜਿਹੜਾ ਸਾਰਿਆਂ ਤੇ ਸਹੀ ਬੈਠਦਾ ਹੈ। ਜ਼ਾਹਰ ਹੈ ਕੁਝ ਮਾਮਲਿਆਂ 'ਚ ਤਾਂ ਵਿਆਹ ਹੀ ਨਹੀਂ ਹੋਣਾ ਚਾਹੀਦਾ ਸੀ। ਦੂਜੇ ਮਾਮਲਿਆਂ 'ਚ ਤਲਾਕ ਸਮੱਸਿਆ ਦਾ ਸਮਾਧਾਨ ਨਹੀਂ ਹੈ। ਤਲਾਕ ਇੱਕ ਵਿਅਕਤੀ ਦੇ ਲਈ ਸਹੀ, ਦੂਜੇ ਲਈ ਗਲਤ ਹੋ ਸਕਦਾ ਹੈ। ਜਿਸ ਵਿਅਕਤੀ ਨੂੰ ਤਲਾਕ ਦਿੱਤਾ ਜਾ ਰਿਹਾ ਹੈ ਉਹ ਝੂਠੀ ਜ਼ਿੰਦਗੀ ਜੀ ਰਹੇ ਕਈ ਵਿਆਹਤਾ ਲੋਕਾਂ ਨਾਲੋਂ ਜ਼ਿਆਦਾ ਸੱਚਾ ਤੇ ਬਿਹਤਰ ਹੋ ਸਕਦਾ ਹੈ। ਉਦਾਹਰਨ ਲਈ ਇੱਕ ਵਾਰ ਮੇਰੇ ਤੋਂ ਇੱਕ ਮਹਿਲਾ ਨੇ ਮਸ਼ਵਰਾ ਲਿਆ। ਉਹਦਾ ਪਤੀ ਉਹਨੂੰ ਮਾਰਦਾ ਪਿੱਟਦਾ ਤੇ ਨਸ਼ੇ ਦੀ ਲੱਤ ਲਈ ਉਹਦੇ ਪੈਸੇ ਚੁਰਾ ਲੈਂਦਾ ਸੀ। ਉਹ ਮਹਿਲਾ ਨੂੰ ਬਚਪਨ ਤੋਂ ਸਿਖਾਇਆ ਗਿਆ ਸੀ ਕਿ ਵਿਆਹ ਪਵਿੱਤਰ ਤੇ ਸਥਾਈ ਹੁੰਦਾ ਹੈ ਤੇ ਤਲਾਕ ਅਨੈਤਿਕ ਹੈ। ਮੈਨੂੰ ਦੱਸਿਆ ਕਿ ਸੱਚਾ ਵਿਆਹ 2 ਦਿਲਾਂ ਦਾ ਮੇਲ ਹੁੰਦਾ ਹੈ। ਜੇ 2 ਦਿਲ ਇਕਸੁਰ ਪ੍ਰੇਮ ਤੇ ਇਮਾਨਦਾਰੀ ਨਾਲ ਇੱਕ ਹੁੰਦੇ ਹਨ ਤੇ ਇਹ ਆਦਰਸ਼ ਵਿਆਹ ਹੈ। ਪ੍ਰੇਮ ਕਰਨਾ ਦਿਲ ਦਾ ਪਵਿੱਤਰ ਕਰਮ ਹੈ। ਮੇਰੀ ਗੱਲ ਸੁਣਨ ਤੋਂ ਬਾਅਦ ਜਾਣ ਗਈ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ। ਉਹ ਆਪਣੇ ਮਨ 'ਚ ਜਾਣਦੀ ਸੀ ਕਿ ਇਹੋ ਕੋਈ ਦੈਵੀ ਨਿਯਮ ਨਹੀਂ ਹੈ ਜਿਹੜਾ ਉਹਨੂੰ ਮਜਬੂਰ ਕਰਦਾ ਹੈ ਕਿ ਉਹ ਧੌਂਸ 'ਚ ਰਹੇ, ਡਾਂਟ ਤੇ ਕੁੱਟ ਖਾਂਦੀ ਰਹੇ ਸਿਰਫ ਇਸ ਲਈ ਕਿਉਂਕਿ ਕਿਸੇ ਨੇ ਇੱਕ ਵਾਰ ਕਿਹਾ ਸੀ ਅੱਜ ਤੋਂ ਤੁਸੀਂ ਦੋਵੇਂ ਪਤੀ ਪਤਨੀ ਹੋ। ਜੇ ਤੁਸੀਂ ਨਿਸ਼ਚੇ ਵਿੱਚ ਹੋ ਕਿ ਕੀ ਕਰਨਾ ਹੈ ਤਾਂ ਮਾਰਗਦਰਸ਼ਨ ਮੰਗੋ। ਜਾਣ ਲਓ ਕਿ ਹਰ ਸਵਾਲ ਦਾ ਹਮੇਸ਼ਾ ਕੋਈ ਨਾ ਕੋਈ ਜਵਾਬ ਹੁੰਦਾ ਹੈ ਤੇ ਇਹ ਤੁਹਾਨੂੰ ਮਿਲੇਗਾ। ਤੁਹਾਡੀ ਆਤਮਾ ਦੀ ਖਾਮੋਸ਼ੀ 'ਚ ਤੁਹਾਨੂੰ ਜੋ ਵੀ ਜਵਾਬ ਮਿਲੇ ਉਸ ਤੇ ਅਮਲ ਕਰੋ। ਇਹ ਤੁਹਾਨੂੰ ਸ਼ਾਂਤੀ ਨਾਲ ਬੋਲਦੀ ਹੈ। ਤਲਾਕ ਤੱਕ ਪੁੱਜਣਾ। ਮੈਂ ਇੱਕ ਵਾਰੀ ਇੱਕ ਨੌਜਵਾਨ ਜੋੜੇ ਨਾਲ ਗੱਲ ਕੀਤੀ ਜਿਹੜੇ ਸ਼ਾਦੀ ਦੇ ਕੁਝ ਮਹੀਨਿਆਂ ਬਾਅਦ ਹੀ ਤਲਾਕ ਲੈ ਰਹੇ ਸੀ। ਨੌਜਵਾਨ ਨੂੰ ਲਗਾਤਾਰ ਡਰ ਸਤਾਉਂਦਾ ਰਹਿੰਦਾ ਸੀ ਕਿ ਉਹਦੀ ਪਤਨੀ ਉਹਨੂੰ ਛੱਡ ਕੇ ਚਲੀ ਜਾਏਗੀ। ਉਹਨੂੰ ਅਸਵੀਕ੍ਰਿਤੀ ਦੀ ਆਸ਼ੰਕਾ ਸੀ ਤੇ ਉਹ ਮੰਨਦਾ ਸੀ ਕਿ ਉਹਦੀ ਪਤਨੀ ਉਹਦੇ ਪ੍ਰਤੀ ਵਫਾਦਾਰ ਨਹੀਂ ਸੀ। ਇਹ ਵਿਚਾਰ ਉਹਨੂੰ ਬੁਰੀ ਤਰ੍ਹਾਂ ਸਤਾਉਣ ਲੱਗੇ ਤੇ ਉਸ ਤੇ ਹਾਵੀ ਹੋ ਗਏ। ਉਹਦਾ ਮਾਨਸਿਕ ਨਜ਼ਰੀਆ ਵੱਖਰੇਵਾਂ ਤੇ ਸ਼ੰਕਾਲੂ ਸੀ। ਮਹਿਲਾ ਵੀ ਉਹਦੇ ਪ੍ਰਤੀ ਉਦਾਸੀ ਮਹਿਸੂਸ ਕਰਨ ਲੱਗੀ, ਲੇਕਿਨ ਉਹ ਇਸ ਪੁਰਖ ਦੀ ਹੀ ਭਾਵਨਾ ਦਾ ਨਤੀਜਾ ਸੀ। ਵੱਖਰੇਵੇਂ ਦਾ ਮਾਹੌਲ ਪਤੀ ਦੇ ਅਵਚੇਤਨ ਮਨ ਨਾਲ ਸੰਚਾਲਿਤ ਹੋ ਰਿਹਾ ਸੀ। ਇਹਨੇ ਉਹਦੇ ਪਿੱਛੇ ਮਾਨਸਿਕ ਪੈਟਰਨ ਦੇ ਅਨੁਰੂਪ ਸਥਿਤੀ ਜਾਂ ਕਰਮ ਉਤਪੰਨ ਕਰ ਦਿੱਤਾ। ਇਹ ਕਿਰਿਆ ਤੇ ਪ੍ਰਤੀਕਿਰਿਆ ਜਾਂ ਕਾਰਨ ਤੇ ਨਤੀਜੇ ਦਾ ਨਿਯਮ ਹੈ। ਵਿਚਾਰ ਕਿਰਿਆ ਹੈ ਜਿਸ ਵਿੱਚ ਅਵਚੇਤਨ ਮਨ ਪ੍ਰਤੀਕਿਰਿਆ ਕਰਦਾ ਹੈ। ਉਹਦੀ ਪਤਨੀ ਘਰ ਛੱਡ ਕੇ ਚਲੀ ਗਈ ਤੇ ਉਹਨੇ ਤਲਾਕ ਦੀ ਅਰਜ਼ੀ ਦੇ ਦਿੱਤੀ। ਉਹੀ ਹੋਇਆ ਜਿਹਦਾ ਉਹਦੇ ਪਤੀ ਨੂੰ ਡਰ ਤੇ ਵਿਸ਼ਵਾਸ ਸੀ। ਤਲਾਕ ਮਨ ਤੋਂ ਸ਼ੁਰੂ ਹੁੰਦਾ ਹੈ। ਤਲਾਕ ਸਭ ਤੋਂ ਪਹਿਲਾਂ ਮਨ ਤੋਂ ਸ਼ੁਰੂ ਹੁੰਦਾ ਹੈ। ਕਾਨੂੰਨੀ ਕਾਰਵਾਈ ਬਾਅਦ 'ਚ ਹੁੰਦੀ ਹੈ। ਨੌਜਵਾਨ ਪਤੀ ਪਤਨੀ ਡਰ, ਸ਼ੰਕਾ, ਰੋਸ ਤੇ ਕ੍ਰੋਧ ਨਾਲ ਭਰੇ ਹੁੰਦੇ ਹੈ। ਇਸ ਤਰ੍ਹਾਂ ਦਾ ਨਜ਼ਰੀਆ ਪੂਰੇ ਅਸਤਿਤਵ ਨੂੰ ਕਮਜ਼ੋਰ ਕਰਦਾ ਹੈ, ਥਕਾ ਦਿੰਦਾ ਹੈ।
ਪਸਤ ਕਰ ਦਿੰਦਾ ਹੈ। ਉਹਨਾਂ ਨੇ ਇਹ ਜਾਣਿਆ ਕਿ ਨਫ਼ਰਤ ਵੱਖਰਾ ਕਰਦੀ ਹੈ, ਪ੍ਰੇਮ ਮਿਲਾਉਂਦਾ ਹੈ। ਉਹਨਾਂ ਨੂੰ ਅਹਿਸਾਸ ਹੋਣ ਲੱਗਾ ਕਿ ਉਹ ਆਪਣੇ ਮਸਤਿਸ਼ਕ ਦੇ ਨਾਲ ਕੀ ਕਰ ਰਹੇ ਹਨ। ਉਹਨਾਂ ਵਿੱਚੋਂ ਕੋਈ ਵੀ ਮਾਨਸਿਕ ਕਰਮ ਦੇ ਨਿਯਮ ਨੂੰ ਨਹੀਂ ਜਾਣਦਾ। ਉਹ ਆਪਣੇ ਦਿਮਾਗ ਦਾ ਦੁਰਉਪਯੋਗ ਕਰ ਰਹੇ ਸਨ, ਨਾਲ ਹੀ ਪਰੇਸ਼ਾਨੀ ਤੇ ਦੁੱਖ ਨੂੰ ਵੀ ਸੱਦਾ ਦੇ ਰਹੇ ਸਨ। ਮੇਰੇ ਸੁਝਾਅ ਦੇਣ ਉੱਤੇ ਇਹ ਜੋੜਾ ਨਾਲ ਰਹਿਣ ਲੱਗਾ, ਪ੍ਰਾਰਥਨਾ ਚਿਕਿਤਸਾ ਦਾ ਪ੍ਰਯੋਗ ਕਰਨ ਲੱਗਾ। ਉਹ ਇੱਕ ਦੂਜੇ ਲਈ ਪ੍ਰੇਮ, ਸ਼ਾਂਤੀ ਤੇ ਸਦਭਾਵਨਾ ਜਤਾਉਣ ਲੱਗੇ। ਉਹ ਇੱਕ ਦੂਜੇ ਦੇ ਪ੍ਰਤੀ ਇਕਸੁਰਤਾ, ਸਿਹਤ, ਸ਼ਾਂਤੀ ਤੇ ਪ੍ਰੇਮ ਦਾ ਪਸਾਰਾ ਕਰਦੇ ਰਹੇ। ਹਰ ਰਾਤ ਨੂੰ ਬਾਰੀ-ਬਾਰੀ ਨਾਲ ਭਜਨ ਪੜ੍ਹਦੇ। ਉਹਨਾਂ ਦੀ ਸੱਚੀ ਕੋਸ਼ਿਸ਼ ਤੇ ਅਵਚੇਤਨ ਮਨ ਨੂੰ ਲਾਹੇਵੰਦ ਸੰਵੇਗਾਂ ਤੋਂ ਭਰਨ ਦੀ ਬਦੌਲਤ ਉਹਨਾਂ ਦਾ ਵਿਆਹਤਾ ਜੀਵਨ ਹਰ ਦਿਨ ਪਹਿਲਾਂ ਤੋਂ ਹੋਰ ਜ਼ਿਆਦਾ ਸੁੰਦਰ ਹੋਈ ਜਾ ਰਿਹਾ ਸੀ। ਝਗੜਾਲੂ ਪਤੀ, ਝਗੜਾਲੂ ਪਤਨੀ। ਕਈ ਵਾਰ ਪਤਨੀ ਇਸ ਲਈ ਝਗੜਦੀ ਹੈ ਕਿਉਂਕਿ ਉਸ ਤੇ ਧਿਆਨ ਹੀ ਨਹੀਂ ਦਿੱਤਾ ਜਾਂਦਾ। ਉਹਦੀ ਪ੍ਰੇਮ ਤੇ ਸਨੇਹ ਦੀ ਸੁਭਾਵਕ ਇੱਛਾ ਇਹੋ ਜਿਹੇ ਤਰੀਕੇ ਨਾਲ ਵਿਅਕਤ ਹੁੰਦੀ ਹੈ ਜਿਸ ਨਾਲ ਉਹਦਾ ਜੀਵਨ ਸਾਥੀ ਉਹ ਤੋਂ ਹੋਰ ਦੂਰ ਭੱਜਣ ਲੱਗਦਾ ਹੈ। ਉਹਦੀ ਆਪਣੀ ਪਤਨੀ ਉੱਤੇ ਧਿਆਨ ਦਿਓ ਤੇ ਉਹਦੀ ਸ਼ਲਾਘਾ ਕਰੋ। ਉਹਦੇ ਬਹੁਤੇ ਚੰਗੇ ਗੁਣਾਂ ਤੇ ਗੱਲਾਂ ਦੀ ਸ਼ਲਾਘਾ ਕਰੋ, ਵਡਿਆਈ ਕਰੋ। ਝਗੜਾਲੂਪਣ ਦਾ ਇੱਕ ਹੋਰ ਪ੍ਰਕਾਰ ਜੀਵਨ ਸਾਥੀ ਨੂੰ ਕਿਸੇ ਖਾਸ ਤਰੀਕੇ ਨਾਲ ਚਲਾਉਣ ਦੀ ਇੱਛਾ ਹੈ। ਇਹ ਜੀਵਨ ਸਾਥੀ ਨੂੰ ਆਪਣੇ ਤੋਂ ਦੂਰ ਦੌੜਾਉਣ ਦਾ ਬੜਾ ਕਾਰਗਰ ਉਪਾਅ ਹੈ। ਪਤੀ ਪਤਨੀ ਨੂੰ ਧਿਆਨ ਦੇਣਾ ਹੋਏਗਾ ਕਿ ਉਹ ਕਬਾੜੀ ਨਾ ਬਣਨ, ਨਾ ਇੱਕ ਦੂਜੇ ਦੇ ਨਿੱਕੇ ਮੋਟੇ ਦੋਸ਼ਾਂ ਤੇ ਗਲਤੀਆਂ ਦੀ ਭਾਲ 'ਚ ਜੁਟੇ ਰਹਿਣ। ਦੋਨਾਂ ਨੂੰ ਹੀ ਆਪਣੇ ਜੀਵਨ ਸਾਥੀ ਦੇ ਸਿਰਜਣਾਤਮਕ ਤੇ ਅਦਭੁਤ ਗੁਣਾਂ ਵੱਲ ਧਿਆਨ ਦੇਣਾ ਤੇ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਵਿਚਾਰ ਮਗਨ ਪਤੀ। ਜੇ ਕੋਈ ਪਤੀ ਆਪਣੀ ਪਤਨੀ ਨੂੰ ਕਿਸੇ ਗੱਲ ਜਾਂ ਕੰਮ ਤੇ ਉਹਦੇ ਖਿਲਾਫ ਸੋਚਣ ਲੱਗਦਾ ਹੈ ਜਾਂ ਵਿਕਰਤ ਮਾਨਸਿਕਤਾ ਨੂੰ ਅਪਣਾ ਲੈਂਦਾ ਹੈ ਤਾਂ ਮਨੋਵਿਗਿਆਨਕ ਤੌਰ ਤੇ ਉਹ ਵਿਭਚਾਰ, ਐਡਲਟਰੀ ਕਰ ਰਿਹਾ ਹੈ। ਐਡਲਟਰੀ ਦਾ ਇਹ ਅਰਥ ਆਈਡੋਲੇਟਰੀ ਹੈ, ਜਿਹਦਾ ਮਤਲਬ ਹੈ ਨਕਾਰਾਤਮਕ ਤੇ ਵਿਨਾਸ਼ਕਾਰੀ ਚੀਜ਼ਾਂ ਉੱਤੇ ਧਿਆਨ ਦੇਣਾ। ਜਦ ਕੋਈ ਵਿਅਕਤੀ ਖਾਮੋਸ਼ੀ ਨਾਲ ਆਪਣੀ ਪਤਨੀ ਦੇ ਪ੍ਰਤੀ ਵੈਰ ਵਿਰੋਧ ਜਾਂ ਸ਼ਤਰਤਾਪੂਰਨ ਹੁੰਦਾ ਹੈ ਤਾਂ ਬੇਵਫਾਈ ਕਰ ਰਿਹਾ ਹੁੰਦਾ ਹੈ। ਉਹ ਆਪਣੇ ਵਿਆਹ ਦੀਆਂ ਕਸਮਾਂ ਦੇ ਪ੍ਰਤੀ ਵਫਾਦਾਰ ਨਹੀਂ ਹੈ ਜਿਨ੍ਹਾਂ 'ਚ ਉਹਨੇ ਉਹਨੂੰ ਸਾਰੀ ਜ਼ਿੰਦਗੀ ਪ੍ਰੇਮ ਕਰਨ, ਚਾਹੁਣ ਤੇ ਸਨਮਾਨ ਕਰਨ ਦਾ ਵਾਅਦਾ ਕੀਤਾ ਸੀ। ਕੌੜਾ, ਚਿੰਤਾਤੁਰ ਤੇ ਕ੍ਰੋਧੀ ਪੁਰਖ ਕੋਸ਼ਿਸ਼ ਕਰਕੇ ਆਪਣੀ ਤਿੱਖੀਆਂ ਟਿੱਪਣੀਆਂ ਨੂੰ ਨਿਗਲ ਸਕਦਾ ਹੈ, ਆਪਣੇ ਗੁੱਸੇ ਨੂੰ ਦਬਾ ਸਕਦਾ ਹੈ। ਪਰਵਾਹ ਕਰਨ ਵਾਲਾ ਦਿਆਲੂ ਬਣ ਸਕਦਾ ਹੈ। ਉਹ ਮਤਭੇਦਾਂ ਨੂੰ ਕੁਸ਼ਲਤਾ ਨਾਲ ਮੋੜ ਸਕਦਾ ਹੈ। ਤਾਰੀਫ ਤੇ ਮਾਨਸਿਕ ਕੋਸ਼ਿਸ਼ ਕਰਕੇ ਵਿਰੋਧ ਦੀ ਆਦਤ ਤੋਂ ਬਾਹਰ ਨਿਕਲ ਸਕਦਾ ਹੈ। ਜਦੋਂ ਆਪਣੇ ਅਵਚੇਤਨ ਮਨ 'ਚ ਸ਼ਾਂਤੀ, ਇਕਸੁਰਤਾ ਤੇ ਪ੍ਰੇਮ ਦੇ ਵਿਚਾਰ ਰੱਖੇਗਾ ਤਾਂ ਉਹ ਮਹਿਸੂਸ ਕਰੇਗਾ ਕਿ ਉਹਦੇ ਨਾ ਸਿਰਫ ਪਤਨੀ ਬਲਕਿ ਜੀਵਨ 'ਚ ਬਾਕੀ ਸਾਰਿਆਂ ਨਾਲ ਵੀ ਜ਼ਿਆਦਾ ਚੰਗੇ ਤੇ ਮਿੱਠੇ ਸੰਬੰਧ ਹਨ। ਇਕਸਾਰਤਾ ਵਾਲੀ ਅਵਸਥਾ ਅਪਣਾ ਲਓ, ਆਖਰਕਾਰ ਤੁਹਾਨੂੰ ਸ਼ਾਂਤੀ ਤੇ ਇਕਸੁਰਤਾ ਮਿਲ ਜਾਏਗੀ। ਬਹੁਤ ਵੱਡੀ ਗਲਤੀ। ਗੁਆਂਢੀਆਂ ਤੇ ਰਿਸ਼ਤੇਦਾਰਾਂ ਨਾਲ ਆਪਣੇ ਵਿਆਹਤਾ ਸਮੱਸਿਆਵਾਂ ਜਾਂ ਮੁਸ਼ਕਲਾਂ ਬਾਰੇ ਗੱਲ ਕਰਨਾ ਬਹੁਤ ਵੱਡੀ ਗਲਤੀ ਹੈ। ਮੰਨ ਲਓ ਇੱਕ ਪਤਨੀ ਆਪਣੀ ਗੁਆਂਢਣ ਨੂੰ ਕਹਿੰਦੀ ਹੈ, ਜਾਨ ਆਪਣੀ ਮਾਂ ਦੇ ਨਾਲ ਬੜਾ ਮਾੜਾ ਸਲੂਕ ਕਰਦਾ ਹੈ, ਬਹੁਤ ਜ਼ਿਆਦਾ ਪੀਂਦਾ ਹੈ, ਹਮੇਸ਼ਾ ਅਪਮਾਨ ਕਰਦਾ ਰਹਿੰਦਾ ਹੈ, ਮਾੜੇ ਸ਼ਬਦ ਵੀ ਕਹਿੰਦਾ ਰਹਿੰਦਾ ਹੈ। ਇੱਥੇ ਪਤਨੀ ਆਪਣੇ ਪਤੀ ਨੂੰ ਸਾਰਿਆਂ ਦੀ ਨਿਗਾਹ 'ਚ ਡਿਗਾ ਕੇ ਅਪਮਾਨਿਤ ਕਰ ਰਹੀ ਹੈ। ਇੱਥੇ ਹੀ ਨਹੀਂ, ਆਪਣੇ ਪਤੀ ਦੀਆਂ ਕਮੀਆਂ ਗਿਣਨ ਵੇਲੇ ਦਰਅਸਲ ਉਹ ਆਪਣੇ ਅੰਦਰ ਇਹਨਾਂ ਅਵਸਥਾਵਾਂ ਨੂੰ ਸਿਰ ਚੁੱਕਣ ਦਾ ਮੌਕਾ ਦੇ ਰਹੀ ਹੈ। ਇਹ ਸਾਰੀਆਂ ਗੱਲਾਂ ਕੌਣ ਸੋਚ ਰਿਹਾ ਤੇ ਮਹਿਸੂਸ ਕਰ ਰਿਹਾ? ਉਹ ਆਪ। ਤੇ ਜਿਵੇਂ ਤੁਸੀਂ ਸੋਚਦੇ ਹੋ, ਮਹਿਸੂਸ ਕਰਦੇ ਹੋ, ਤਿਵੇਂ ਤੁਸੀਂ ਹੁੰਦੇ ਹੋ। ਰਿਸ਼ਤੇਦਾਰ ਆਮ ਤੌਰ ਤੇ ਤੁਹਾਨੂੰ ਗਲਤ ਸਲਾਹਾਂ ਦਿੰਦੇ ਹਨ। ਉਹ ਆਮ ਤੌਰ ਤੇ ਪੱਖਪਾਤੀ ਹੁੰਦੇ ਹਨ ਕਿਉਂਕਿ ਨਿਰਪੱਖਤਾ ਨਾਲ ਨਹੀਂ ਦਿੱਤੀ ਜਾਂਦੀ। ਤੁਹਾਨੂੰ ਮਿਲਣ ਵਾਲੀ ਕੋਈ ਵੀ ਸਲਾਹ ਜੇ ਸੁਨਹਿਰੇ ਨਿਯਮ ਦੀ ਨਿਰਾਦਰੀ ਕਰਦੀ ਹੈ, ਜੋ ਕਿ ਬ੍ਰਹਿਮੰਡ ਦਾ ਨਿਯਮ ਹੈ, ਉਹ ਨਾ ਚੰਗੀ ਹੈ ਨਾ ਦਮਦਾਰ। ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਦੋ ਇਨਸਾਨ ਸੁਭਾਅ ਦੇ ਟਕਰਾਅ, ਦਰਦ ਤੇ ਤਣਾਅ ਦੇ ਪਲਾਂ ਤੋਂ ਬਗੈਰ ਇੱਕੋ ਹੀ ਛੱਤ ਹੇਠਾਂ ਨਹੀਂ ਰਹਿ ਸਕਦੇ। ਆਪਣੇ ਵਿਆਹ ਦੇ ਦੁਖਦ ਪਹਿਲੂਆਂ ਨੂੰ ਆਪਣੇ ਮਿੱਤਰਾਂ ਦੇ ਸਾਹਮਣੇ ਕਦੇ ਜ਼ਿਕਰ ਨਾ ਕਰੋ। ਆਪਣੀਆਂ ਲੜਾਈਆਂ ਆਪਣੀ ਤੱਕ ਹੀ ਸੀਮਤ ਰੱਖੋ। ਆਪਣੇ ਜੀਵਨ ਸਾਥੀ ਦੀ ਨੁਕਤਾਚੀਨੀ ਜਾਂ ਨਿੰਦਾ ਤੋਂ ਬਚੋ। ਆਪਣੇ ਜੀਵਨ ਸਾਥੀ ਨੂੰ ਬਦਲ ਕੇ ਨਵਾਂ ਬਣਾਉਣ ਦੀ ਕੋਸ਼ਿਸ਼ ਨਾ ਕਰੋ। ਪਤੀ ਪਤਨੀਆਂ ਨੂੰ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਉਹਨਾਂ ਦਾ ਜੀਵਨ ਸਾਥੀ ਹੂ-ਬਹੂ ਉਹਨਾਂ ਵਾਂਗ ਬਣ ਜਾਏ। ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਉਹਨਾਂ ਦਾ ਅਪਮਾਨ ਕਰਨਾ ਹੈ ਤੇ ਇਹ ਦੱਸਣਾ ਹੈ ਕਿ ਉਹ ਇੰਨੇ ਮਹੱਤਵਪੂਰਨ ਨਹੀਂ ਹੈ। ਇਹ ਕੋਸ਼ਿਸ਼ਾਂ ਹਮੇਸ਼ਾ ਮੂਰਖਤਾਪੂਰਨ ਹੁੰਦੀਆਂ ਤੇ ਕਈ ਵਾਰ ਤਾਂ ਵਿਆਹਤਾ ਜੀਵਨ ਨੂੰ ਤਬਾਹ ਕਰ ਦਿੰਦੀਆਂ। ਕਿਸੇ ਨੂੰ ਵੀ ਬਦਲਣ ਦੀ ਕੋਸ਼ਿਸ਼ ਉਹਦੇ ਸਵੈਮਾਨ ਨੂੰ ਨਸ਼ਟ ਕਰ ਦਿੰਦੀ ਹੈ। ਇਹ ਵਿਰੋਧ ਦੇ ਦਵੈਖ ਦੀ ਭਾਵਨਾ ਜਗਾਉਂਦੀ ਹੈ, ਮਤਲਬ ਨਿਰਾਸ਼ਾ ਦੀ, ਜਿਹੜੀ ਵਿਆਹਤਾ ਸੰਬੰਧਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਜ਼ਾਹਰ ਹੈ ਆਪਸੀ ਤਾਲਮੇਲ ਦੀ ਲੋੜ ਹੁੰਦੀ ਹੈ।
ਸਾਡੇ 'ਚੋਂ ਕੋਈ ਵੀ ਆਦਰਸ਼ ਨਹੀਂ ਹੈ ਤੇ ਜੀਵਨ ਸਾਥੀ ਬਾਰੇ ਵੀ ਸੱਚ ਹੈ। ਜੇ ਤੁਸੀਂ ਆਪਣੇ ਦਿਮਾਗ ਅੰਦਰ ਚੰਗੀ ਤਰ੍ਹਾਂ ਦੇਖੋ ਤੇ ਆਪਣੇ ਚਰਿੱਤਰ ਤੇ ਵਿਵਹਾਰ ਦਾ ਅਧਿਐਨ ਕਰੋ, ਇਸ ਨਾਲ ਤੁਹਾਨੂੰ ਇੰਨੀਆਂ ਕਮੀਆਂ ਮਿਲ ਜਾਣਗੀਆਂ ਕਿ ਉਹਨਾਂ ਨੂੰ ਦੂਰ ਕਰਨ 'ਚ ਹੀ ਤੁਸੀਂ ਸਾਰੀ ਜ਼ਿੰਦਗੀ ਵਿਅਸਤ ਰਹਿ ਸਕਦੇ ਹੋ। ਜੇ ਤੁਸੀਂ ਸੋਚਦੇ ਹੋ ਮੈਂ ਉਹਨੂੰ ਆਪਣੇ ਮਨ ਭਾਉਂਦੇ ਸਾਂਚੇ 'ਚ ਢਾਲਾਂਗਾ, ਤਾਂ ਤੁਸੀਂ ਸਮੱਸਿਆ ਨੂੰ ਸੱਦਾ ਦੇ ਰਹੇ ਹੋ ਤੇ ਤਲਾਕ ਦਾ ਰਸਤਾ ਫੜ ਰਹੇ ਹੋ। ਤੁਸੀਂ ਦੁੱਖ ਦੀ ਤਲਾਸ਼ ਕਰ ਰਹੇ ਹੋ। ਤੁਹਾਨੂੰ ਕਠਿਨ ਤਰੀਕੇ ਨਾਲ ਸਿੱਖਣਾ ਹੋਏਗਾ ਕਿ ਜੇ ਬਦਲਣਾ ਹੈ ਤਾਂ ਆਪਣੇ ਆਪ ਨੂੰ ਬਦਲੋ। ਪ੍ਰਾਰਥਨਾ ਕਰਨ ਲਈ ਸਟੈਪਸ। ਪਹਿਲਾ ਕਦਮ, ਕਦੇ ਵੀ ਨਿੱਕੀ ਮੋਟੀ ਨਿਰਾਸ਼ਾ ਨੂੰ ਤੇ ਉਹਦੇ ਨਾਲ ਹੋਣ ਵਾਲੀ ਚਿੜ ਨੂੰ ਅਗਲੇ ਦਿਨ ਤੱਕ ਨਾ ਢੋਵੋ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਦੂਜੇ ਨੂੰ ਹਰ ਕੌੜੀ ਗੱਲ ਲਈ ਮਾਫ਼ ਕਰ ਦਿਓ। ਤੁਸੀਂ ਸਵੇਰੇ ਜਿਸ ਪਲ ਜਾਗੋ, ਇਹ ਦਾਅਵਾ ਕਰੋ ਕਿ ਅਸੀਂ ਬੁੱਧੀਮਤਾ ਤੁਹਾਨੂੰ ਸਾਰੇ ਤਰੀਕਿਆਂ ਨਾਲ ਮਾਰਗਦਰਸ਼ਨ ਦੇ ਰਹੀ ਹੈ। ਸ਼ਾਂਤੀ, ਇਕਸੁਰਤਾ ਤੇ ਪ੍ਰੇਮ ਦੇ ਵਿਚਾਰ ਆਪਣੇ ਜੀਵਨ ਸਾਥੀ, ਪਰਿਵਾਰ ਦੇ ਸਾਰੇ ਮੈਂਬਰਾਂ ਤੇ ਪੂਰੀ ਦੁਨੀਆ ਵੱਲ ਭੇਜਦੇ ਰਹੋ। ਦੂਸਰਾ ਕਦਮ, ਨਾਸ਼ਤੇ ਵੇਲੇ ਰੱਬ ਨੂੰ ਯਾਦ ਰੱਖੋ। ਸਵਾਦੀ ਭੋਜਨ, ਸਮਰਿੱਧੀ ਤੇ ਸਾਰੀਆਂ ਰਹਿਮਤਾਂ ਲਈ ਸ਼ੁਕਰੀਆ ਅਦਾ ਕਰੋ। ਇਹ ਸੁਨਿਸ਼ਚਿਤ ਕਰੋ ਕਿ ਟੇਬਲ ਉੱਤੇ ਸਮੱਸਿਆ, ਚਿੰਤਾ ਜਾਂ ਬਹਿਸ ਦੀ ਗੱਲਬਾਤ ਨਾ ਹੋਵੇ। ਇਹੀ ਡਿਨਰ ਉੱਤੇ ਵੀ ਲਾਗੂ ਕਰੋ। ਆਪਣੇ ਜੀਵਨ ਸਾਥੀ ਨੂੰ ਕਹੋ, ਮੈਂ ਤੁਹਾਡੇ ਸਾਰੇ ਕਾਰਜਾਂ ਦੀ ਸ਼ਲਾਘਾ ਕਰਦਾ ਤੇ ਸਾਰਾ ਦਿਨ ਤੁਹਾਡੇ ਵੱਲ ਪ੍ਰੇਮ ਤੇ ਸਦਭਾਵ ਫੈਲਾਉਂਦਾ ਹਾਂ। ਤੀਸਰਾ ਕਦਮ, ਪਤੀ ਪਤਨੀ ਨੂੰ ਹਰ ਰਾਤ ਵਾਰੀ-ਵਾਰੀ ਨਾਲ ਪ੍ਰਾਰਥਨਾ ਕਰਨੀ ਚਾਹੀਦੀ ਹੈ। ਆਪਣੇ ਜੀਵਨ ਸਾਥੀ ਨੂੰ ਅਣਦੇਖਿਆ ਨਾ ਕਰੋ। ਆਪਣਾ ਪ੍ਰੇਮ ਤੇ ਪ੍ਰਸ਼ੰਸਾ ਜਤਾਓ। ਨਿੰਦਾ, ਨੁਕਤਾਚੀਨੀ ਤੇ ਚਿੜ ਦੀ ਬਜਾਏ ਸ਼ਲਾਘਾ ਤੇ ਇਕਸੁਰਤਾ ਦੇ ਵਿਚਾਰ ਰੱਖੋ। ਸ਼ਾਂਤ ਘਰ ਤੇ ਸੁਖਦ ਵਿਆਹਤਾ ਜੀਵਨ ਬਣਾਉਣ ਦਾ ਤਰੀਕਾ ਪ੍ਰੇਮ, ਸੁੰਦਰਤਾ, ਸਦਭਾਵ, ਆਪਸੀ ਸਨਮਾਨ, ਈਸ਼ਵਰ 'ਚ ਆਸਥਾ ਤੇ ਸਾਰੀਆਂ ਚੰਗੀਆਂ ਚੀਜ਼ਾਂ ਦੀ ਨੀਂਹ ਰੱਖਣਾ ਹੈ। 23ਵੇਂ, 27ਵੇਂ, 29ਵੇਂ ਭਜਨ, ਹਿਬਰੂਜ਼ ਦੇ 11ਵੇਂ ਅਧਿਆਏ ਤੇ 1 ਕੋਰਿੰਥੀਅਨਸ ਦੇ 13ਵੇਂ ਅਧਿਆਏ ਨੂੰ ਪੜ੍ਹੋ ਤੇ ਸੌਣ ਤੋਂ ਪਹਿਲਾਂ ਬਾਈਬਲ ਦੇ ਮਹਾਨ ਪ੍ਰਸੰਗ ਪੜ੍ਹੋ। ਜਦੋਂ ਤੁਸੀਂ ਇਹਨਾਂ ਸੱਚਾਈਆਂ ਦਾ ਅਭਿਆਸ ਕਰੋਗੇ ਤਾਂ ਤੁਹਾਡਾ ਵਿਆਹਤਾ ਜੀਵਨ ਦਿਨੋਂ ਦਿਨ ਬਿਹਤਰ ਹੁੰਦਾ ਜਾਏਗਾ। ਯਾਦ ਰੱਖਣ ਲਾਇਕ ਵਿਚਾਰ, ਮਾਨਸਿਕ ਤੇ ਅਧਿਆਤਮਕ ਨਿਯਮਾਂ ਦਾ ਗਿਆਨ ਹੀ ਸਾਰੇ ਵਿਆਹਤਾ ਦੁੱਖਾਂ ਦਾ ਕਾਰਨ ਹੈ। ਨਾਲੋਂ ਨਾਲ ਵਿਗਿਆਨਕ ਪ੍ਰਾਰਥਨਾ ਕਰਨ ਤੇ ਤੁਸੀਂ ਨਾਲ ਬਣੇ ਰਹਿੰਦੇ ਹੋ। ਦੂਸਰਾ, ਤਲਾਕ ਰੋਕਣ ਦਾ ਸਭ ਤੋਂ ਚੰਗਾ ਸਮਾਂ ਵਿਆਹ ਤੋਂ ਪਹਿਲਾਂ ਹੈ। ਜੇ ਤੁਸੀਂ ਸਿੱਖ ਲੈਂਦੇ ਹੋ ਕਿ ਸਹੀ ਤਰੀਕੇ ਨਾਲ ਪ੍ਰਾਰਥਨਾ ਕਿਵੇਂ ਕਰਨੀ ਹੈ ਤਾਂ ਤੁਸੀਂ ਆਪਣੇ ਵੱਲ ਸਹੀ ਜੀਵਨ ਸਾਥੀ ਨੂੰ ਆਕਰਸ਼ਿਤ ਕਰੋਗੇ। ਤੀਸਰਾ, ਵਿਆਹ ਪੁਰਖ ਤੇ ਇਸਤਰੀ ਦਾ ਮੇਲ ਹੈ ਜਿਹੜਾ ਪ੍ਰੇਮ ਦੀ ਡੋਰ ਨਾਲ ਆਪਸ 'ਚ ਬੰਨ੍ਹਦਾ ਹੈ। ਉਹਨਾਂ ਦੇ ਦਿਲ ਇੱਕ ਹੋ ਕੇ ਧੜਕਦੇ ਹਨ ਤੇ ਉਹ ਅੱਗੇ ਉੱਤੇ ਤੇ ਈਸ਼ਵਰ ਵੱਲ ਵੱਧਦੇ ਹਨ। ਚੌਥਾ, ਵਿਆਹ ਖੁਸ਼ੀ ਦੀ ਗਰੰਟੀ ਨਹੀਂ ਹੈ। ਲੋਕ ਈਸ਼ਵਰ ਦੇ ਸਦੀਵੀ ਸੱਚ ਤੇ ਜੀਵਨ ਦੇ ਅਧਿਆਤਮਕ ਮੁੱਲਾਂ ਦੇ ਜ਼ਰੀਏ ਖੁਸ਼ੀ ਪਾਉਂਦੇ ਹਨ। ਫਿਰ ਪੁਰਖ ਤੇ ਮਹਿਲਾ ਇੱਕ ਦੂਜੇ ਦੀ ਖੁਸ਼ੀ ਤੇ ਸੁੱਖ 'ਚ ਯੋਗਦਾਨ ਦੇ ਸਕਦੇ ਹਨ। ਪੰਜਵਾਂ, ਤੁਸੀਂ ਉਹਨਾਂ ਗੁਣਾਂ ਤੇ ਵਿਸ਼ੇਸ਼ਤਾਵਾਂ ਉੱਤੇ ਵਿਚਾਰ ਕਰਕੇ ਸਹੀ ਜੀਵਨ ਸਾਥੀ ਨੂੰ ਆਕਰਸ਼ਿਤ ਕਰਦੇ ਹੋ ਜਿਨ੍ਹਾਂ ਦੀ ਸ਼ਲਾਘਾ ਤੁਸੀਂ ਕਿਸੇ ਪੁਰਖ ਜਾਂ ਮਹਿਲਾ ਨਾਲ ਕਰਦੇ ਹੋ। ਫਿਰ ਤੁਹਾਡਾ ਉਚੇਤਨ ਮਨ ਤੁਹਾਨੂੰ ਦੈਵੀ ਵਿਧਾਨ 'ਚ ਇੱਕ ਕਰ ਦੇਵੇਗਾ। ਛੇਵਾਂ, ਤੁਸੀਂ ਜੀਵਨ ਸਾਥੀ ਵਿੱਚ ਜੋ ਚਾਹੁੰਦੇ ਹੋ ਉਹਦੇ ਮਾਨਸਿਕ ਸੰਤੁਲਨ ਨੂੰ ਆਪਣੇ ਮਾਨਸਿਕਤਾ 'ਚ ਬਣਾ ਲਓ। ਜੇ ਤੁਸੀਂ ਜੀਵਨ 'ਚ ਸੱਚੇ, ਇਮਾਨਦਾਰ ਤੇ ਪ੍ਰੇਮਪੂਰਨ ਜੀਵਨ ਸਾਥੀ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪ ਇਮਾਨਦਾਰ, ਸੱਚਾ ਤੇ ਪ੍ਰੇਮਪੂਰਨ ਬਣਨਾ ਪਏਗਾ। ਸੱਤਵਾਂ, ਤੁਹਾਨੂੰ ਵਿਆਹ ਦੀਆਂ ਗਲਤੀਆਂ ਦੁਹਰਾਉਣ ਦੀ ਲੋੜ ਨਹੀਂ। ਜਦੋਂ ਤੁਸੀਂ ਸੱਚਮੁੱਚ ਯਕੀਨ ਕਰਦੇ ਹੋ ਕਿ ਤੁਹਾਨੂੰ ਆਦਰਸ਼ ਜੀਵਨ ਸਾਥੀ ਮਿਲ ਸਕਦਾ ਹੈ ਤਾਂ ਤੁਹਾਨੂੰ ਆਪਣੇ ਵਿਸ਼ਵਾਸ ਦੇ ਅਨੁਰੂਪ ਹੀ ਮਿਲੇਗਾ। ਵਿਸ਼ਵਾਸ ਕਰਨਾ ਕਿਸੇ ਚੀਜ਼ ਨੂੰ ਸੱਚ ਮੰਨਣਾ ਹੈ। ਆਪਣੇ ਆਦਰਸ਼ ਸਾਥੀ ਨੂੰ ਮਾਨਸਿਕ ਤੌਰ ਤੇ ਇਸੇ ਵੇਲੇ ਸਵੀਕਾਰ ਕਰੋ। 8ਵਾਂ, ਇਸ ਗੱਲ ਉੱਤੇ ਹੈਰਾਨ ਨਾ ਹੋ ਕੇ ਜਿਸ ਜੀਵਨ ਸਾਥੀ ਲਈ ਤੁਸੀਂ ਪ੍ਰਾਰਥਨਾ ਕਰ ਰਹੇ ਹੋ ਉਹ ਕਿਵੇਂ, ਕਿਉਂ ਤੇ ਕਿੱਥੇ ਮਿਲੇਗਾ। ਆਪਣੇ ਅਵਚੇਤਨ ਮਨ ਦੀ ਬੁੱਧੀ ਮੱਤਾ ਉੱਤੇ ਪੂਰਾ ਭਰੋਸਾ ਰੱਖੋ। ਇਹਦੇ ਕੋਲ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਦੀ ਸ਼ਕਤੀ ਹੈ। ਤੁਹਾਨੂੰ ਇਸ 'ਚ ਕੋਈ ਦਖਲ ਨਹੀਂ ਦੇਣਾ ਚਾਹੀਦਾ। 9ਵਾਂ, ਜੇ ਤੁਸੀਂ ਆਪਣੇ ਜੀਵਨ ਸਾਥੀ ਦੇ ਪ੍ਰਤੀ ਦੁਰਭਾਵਨਾ, ਦੁਸ਼ਮਣੀ, ਗੁਬਾਰ ਤੇ ਚਿੜ ਰੱਖਦੇ ਹੋ ਤਾਂ ਤੁਸੀਂ ਮਾਨਸਿਕ ਤੌਰ ਤੇ ਤਲਾਕਸ਼ੁਦਾ ਹੋ। ਤੁਸੀਂ ਮਾਨਸਿਕ ਤੌਰ ਤੇ ਆਪਣੇ ਮਸਤਿਸ਼ਕ ਵਿੱਚ ਉਹਦੀਆਂ ਗਲਤੀਆਂ ਉੱਤੇ ਧਿਆਨ ਕੇਂਦਰਿਤ ਕਰ ਰਹੇ ਹੋ। ਆਪਣੀ ਵਿਆਹੁਤਾ ਕਸਮਾਂ ਤੇ ਚੱਲੋ। ਮੈਂ ਸਾਰਾ ਜੀਵਨ ਉਹਨੂੰ ਪ੍ਰੇਮ ਤੇ ਸਨਮਾਨ ਦੇਣ ਦਾ ਵਾਅਦਾ ਕਰਦਾ। 10ਵਾਂ, ਆਪਣੇ ਜੀਵਨ ਸਾਥੀ ਦੇ ਪ੍ਰਤੀ ਡਰ ਦੇ ਵਿਚਾਰ ਰੱਖਣੇ ਬੰਦ ਕਰ ਦਿਓ।
ਪ੍ਰੇਮ, ਸ਼ਾਂਤੀ, ਸਦਭਾਵ ਤੇ ਤਾਲਮੇਲ ਦੇ ਵਿਚਾਰ ਰੱਖੋ। ਤੁਹਾਡਾ ਵਿਆਹਤਾ ਜੀਵਨ ਦਿਨੋਂ ਦਿਨ ਹੋਰ ਸੁੰਦਰ ਤੇ ਅਦਭੁਤ ਹੁੰਦਾ ਜਾਏਗਾ। 11ਵਾਂ, ਇੱਕ ਦੂਜੇ ਦੇ ਪ੍ਰਤੀ ਪ੍ਰੇਮ, ਸ਼ਾਂਤੀ ਤੇ ਸਦਭਾਵ ਪ੍ਰਸਾਰਿਤ ਕਰੋ। ਤੁਹਾਡਾ ਅਵਚੇਤਨ ਮਨ ਇਹਨਾਂ ਕੰਪਨਾਂ ਨੂੰ ਫੜ ਲੈਂਦਾ ਹੈ, ਜਿਸ ਨਾਲ ਆਪਸੀ ਵਿਸ਼ਵਾਸ, ਪ੍ਰੇਮ ਤੇ ਸਨਮਾਨ ਵੱਧਦਾ ਹੈ। 12ਵਾਂ, ਚਿੜਚਿੜਾ ਜੀਵਨ ਸਾਥੀ ਆਮ ਤੌਰ ਤੇ ਧਿਆਨ ਤੇ ਸਨਮਾਨ ਚਾਹੁੰਦਾ ਹੈ। ਉਹ ਪ੍ਰੇਮ ਤੇ ਸਨੇਹ ਦਾ ਭੁੱਖਾ ਹੁੰਦਾ ਹੈ। ਉਹਦੇ ਕਈ ਚੰਗੇ ਗੁਣਾਂ ਦੀ ਤਾਰੀਫ ਕਰੋ ਤੇ ਉਹਨੂੰ ਤਾਂ ਚੁੱਕੋ। ਉਹਨੂੰ ਦਿਖਾਓ ਕਿ ਤੁਸੀਂ ਉਸ ਨਾਲ ਪ੍ਰੇਮ ਕਰਦੇ ਹੋ ਤੇ ਉਹਦੀ ਸ਼ਲਾਘਾ ਵੀ ਕਰਦੇ ਹੋ। 13ਵਾਂ, ਜਿਹੜੇ ਜੀਵਨ ਸਾਥੀ ਇੱਕ ਦੂਜੇ ਨਾਲ ਪ੍ਰੇਮ ਕਰਦੇ ਹਨ, ਉਹ ਸ਼ਬਦ, ਕਰਮ ਜਾਂ ਮਨ 'ਚ ਕੋਈ ਪ੍ਰੇਮ ਵਿਰੋਧੀ ਜਾਂ ਦਇਆ ਰਹਿਤ ਕੰਮ ਨਹੀਂ ਕਰਦੇ। ਪ੍ਰੇਮ ਉਹੀ ਕਰਦਾ ਹੈ ਜਿਹੜਾ ਪ੍ਰੇਮ ਹੁੰਦਾ ਹੈ। 14ਵਾਂ, ਵਿਆਪਤਾ ਸਮੱਸਿਆਵਾਂ ਵਿੱਚ ਹਮੇਸ਼ਾ ਮਾਹਰਾਂ ਦੀ ਸਲਾਹ ਲਓ। ਤੁਸੀਂ ਦੰਦ ਕਢਵਾਉਣ ਲਈ ਕਾਰਪੈਂਟਰ ਦੇ ਕੋਲ ਨਹੀਂ ਜਾਂਦੇ। ਇਸੇ ਤਰ੍ਹਾਂ ਤੁਹਾਨੂੰ ਆਪਣੇ ਵਿਆਹਤਾ ਸਮੱਸਿਆਵਾਂ ਬਾਰੇ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ ਗੱਲਬਾਤ ਨਹੀਂ ਕਰਨੀ ਚਾਹੀਦੀ। ਜੇ ਤੁਹਾਨੂੰ ਸਲਾਹ ਦੀ ਹੀ ਲੋੜ ਹੈ ਤਾਂ ਕਿਸੇ ਸਿੱਖਿਅਤ ਸਲਾਹਕਾਰ ਕੋਲ ਜਾਓ। 15ਵਾਂ, ਕਦੇ ਵੀ ਆਪਣੇ ਪਤੀ ਜਾਂ ਪਤਨੀ ਨੂੰ ਬਦਲ ਕੇ ਦੁਬਾਰਾ ਘੜਨ ਦੀ ਕੋਸ਼ਿਸ਼ ਨਾ ਕਰੋ। ਇਹ ਕੋਸ਼ਿਸ਼ ਹਮੇਸ਼ਾ ਮੂਰਖਤਾਪੂਰਨ ਹੁੰਦੀ ਹੈ ਤੇ ਸਾਹਮਣੇ ਵਾਲੇ ਦਾ ਅਹਮ ਤੇ ਆਤਮ ਸਨਮਾਨ ਨੂੰ ਖਤਮ ਕਰ ਦਿੰਦੀ ਹੈ। ਇਹੀ ਨਹੀਂ, ਇਸ ਨਾਲ ਦੁਵੈਖ ਦੀ ਭਾਵਨਾ ਵੀ ਉਤਪੰਨ ਹੁੰਦੀ ਹੈ, ਜਿਹੜੀ ਵਿਆਹਤਾ ਸੰਬੰਧਾਂ ਲਈ ਘਾਤਕ ਸਾਬਤ ਹੋ ਸਕਦੀ ਹੈ। ਆਪਣੇ ਦੂਜਾ ਸੰਸਕਰਣ ਬਣਾਉਣ ਦੀ ਕੋਸ਼ਿਸ਼ ਤੋਂ ਬਚੋ। 16ਵਾਂ, ਨਾਲ ਪ੍ਰਾਰਥਨਾ ਕਰੋਗੇ ਤਾਂ ਇੱਕੋ ਨਾਲ ਬਣੇ ਰਹੋਗੇ। ਵਿਗਿਆਨਕ ਪ੍ਰਾਰਥਨਾ ਸਾਰੀਆਂ ਸਮੱਸਿਆਵਾਂ ਨੂੰ ਸੁਲਝਾ ਦਿੰਦੀ ਹੈ। ਮਾਨਸਿਕ ਤੌਰ ਤੇ ਆਪਣੀ ਪਤਨੀ ਦੀ ਉਸੇ ਤਰ੍ਹਾਂ ਦੀ ਤਸਵੀਰ ਬਣਾਓ ਜਿਵੇਂ ਦੀ ਉਹਨੂੰ ਹੋਣਾ ਚਾਹੀਦਾ ਹੈ, ਖੁਸ਼, ਸੁਖੀ, ਸਿਹਤਮੰਦ ਤੇ ਸੁੰਦਰ। ਆਪਣੇ ਪਤੀ ਨੂੰ ਉਸੇ ਤਰ੍ਹਾਂ ਦੇਖੋ ਜਿਵੇਂ ਉਹਨੂੰ ਹੋਣਾ ਚਾਹੀਦਾ ਹੈ, ਤਾਕਤਵਰ, ਸ਼ਕਤੀਸ਼ਾਲੀ, ਰੂਪਦਾਰ, ਪ੍ਰੇਮਪੂਰਨ, ਸਦਭਾਵਨਾਪੂਰਨ ਤੇ ਦਿਆਲੂ। ਮਾਨਸਿਕ ਤਸਵੀਰ ਦੇਖਦੇ ਰਹੋਗੇ ਤਾਂ ਤੁਸੀਂ ਅਨੁਭਵ ਕਰੋਗੇ ਕਿ ਤੁਹਾਡਾ ਵਿਆਹਤਾ ਜੀਵਨ ਸੁਰਗ ਬਣ ਚੁੱਕਿਆ ਹੈ, ਜਿਹੜਾ ਸਦਭਾਵ ਤੇ ਸ਼ਾਂਤੀ ਨਾਲ ਭਰਿਆ ਹੋਇਆ ਹੈ। ਧੰਨਵਾਦ।